ਅਸੀਂ ਸਮੇਂ ਮੌਜੂਦ ਆ ਪਿੰਡ ਖਾਨਪੁਰ ਗੰਡਿਆਂ ਜ਼ਿਲ੍ਹਾ ਪਟਿਆਲਾ। ਇਸ ਪਿੰਡ ਵਿੱਚ ਇੱਕ ਇਹੋ ਜਿਹਾ ਮੰਦਿਰ ਹੈ ਜਿੱਥੇ ਲਗਭਗ 40 ਕਿੱਲੇ ਜ਼ਮੀਨ ਕੁੱਤਿਆਂ ਦੇ ਨਾਂ ਤੇ ਬੋਲਦੀ ਹੈ। ਤੁਹਾਨੂੰ ਦੱਸਾਂਗੇ ਇਹਦਾ ਇਤਿਹਾਸ ਕੀ ਹੈ। ਕਿਹਾ ਜਾਂਦਾ ਕਿ ਲਗਭਗ 800 ਸਾਲ ਪੁਰਾਣਾ ਇਹ ਮੰਦਿਰ ਹੈ। ਇਤਿਹਾਸ ਕੀ ਜੇ ਪਿਛੋਕੜ ਤੇ ਆਪਾਂ ਜਾ ਕੇ ਜੇ ਨਜ਼ਰ ਮਾਰੀਏ ਤਾਂ ਇੱਥੇ ਬਹੁਤ ਸਮਾਂ ਪਹਿਲਾਂ ਤਕਰੀਬਨ 800-900 ਸਾਲ ਪਹਿਲਾਂ ਮਹਾਰਾਜ ਸ੍ਰੀ ਬਾਬਾ ਭਵਾਨੀਗਿਰ ਜੀ ਤਪੱਸਿਆ ਦੇ ਲਈ ਇਕਾਂਤ ਸਥਾਨ ਦੇ ਨਿਯਮਤ ਇੱਥੇ ਵਿਰਾਜਮਾਨ ਸੀਗੇ। ਬਾਬਾ ਆਲਾ ਸਿੰਘ ਜੀ ਇਸ ਰਸਤੇ ਤੇ ਜਾ ਰਹੇ ਤੇ ਤਾਂ ਉਹਨਾਂ ਨੇ ਮਹਾਰਾਜ ਜੀ ਦਾ ਧੂਣਾ ਚੇਤਨ ਦੇਖਿਆ ਬਲਿਆ। ਮਹਾਰਾਜ ਜੀ ਨੇ ਉਹਨਾਂ ਦਾ ਆਗ੍ਰਹਿ ਮੰਨ ਲਿਆ ਤੇ ਇੱਥੇ ਇਸ ਮੰਦਿਰ ਦਾ ਨਿਰਮਾਣ ਕੀਤਾ। ਇਹ ਚਾਰੇ ਸਮਾਧਾਂ ਜੂਦਿਆਂ ਨੇ ਸੰਤਾਂ ਨੇ ਇਹ ਜਿਹੜੀ ਹੈਗੀ ਸਮਾਧਾਂ ਲਈਆਂ ਹੋਈਆਂ ਨੇ ਕਿ ਸਭ ਤੋਂ ਪਹਿਲਾਂ ਇੱਥੇ ਜਿਹੜੀ ਹੈ ਰੋਟੀ ਦੀ ਮਾਨਤਾ ਕੁੱਤਿਆਂ ਦੇ ਨਾਂ ਦੁਪਹਿਰ ਨੂੰ ਸ਼ਾਮ ਨੂੰ ਉਹਨਾਂ ਨੂੰ ਇੱਕ ਮਾਲਕ ਕਿਸ ਡੇਰੇ ਦਾ ਮਾਲਕ ਹੀ ਸਮਝ ਕੇ ਉਹਨਾਂ ਨੂੰ ਭੋਜਨ ਕਰਾਇਆ ਜਾਂਦਾ ਹੈ ਤੇ ਸਾਰੀ ਲੱਸੀ ਫਿਰ ਕੁੱਤਿਆਂ ਨੂੰ ਪਾ ਦਿੱਤੀ ਜਾਂਦੀ ਹੈ। ਇਹ ਉਹਨੂੰ ਪੀਂਦੇ ਵੀ ਨੇ ਨਹਾਉਂਦੇ ਵੀ ਨੇ। ਇੱਥੇ ਇਹਨਾਂ ਨੂੰ ਕੁੱਤਾ ਕੋਈ ਨਹੀਂ ਕਹਿੰਦਾ ਜੀ, ਦਰਵੇਸ਼ ਸਾਰੇ ਕਹਿੰਦੇ ਨੇ। ਕੁੱਤਿਆਂ ਦੇ ਨਾਂ ਉੱਤੇ ਵੀ ਲਗਭਗ 40 ਕਿੱਲੇ ਜ਼ਮੀਨ ਜੋ ਹੈ ਉਹ ਮੌਜੂਦ ਹੈ। ਫਿਰ ਕੁੱਤਿਆਂ ਦਾ ਡੇਰਾ ਕਿਉਂ ਕਿਹਾ ਜਾਂਦਾ ਹੈ? ਇਹਦਾ ਕਾਰਨ ਇਹੀ ਹੈ ਤੁਹਾਨੂੰ ਖਾਨਪੁਰ ਦੇ ਵਿੱਚ ਤੁਹਾਨੂੰ ਉਸ ਵਿਅਕਤੀ ਨਾਲ ਰੂਬਰੂ ਕਰਾਂਗੇ ਜਿਨ੍ਹਾਂ ਦੇ ਪਿਛਲੇ 8-9 ਪੀੜ੍ਹੀਆਂ ਇਸੇ ਪਿੰਡ ਵਿੱਚ ਰਹੀਆਂ ਨੇ। ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮੰਦਿਰ ਦਾ ਇਤਿਹਾਸ ਕੀ ਹੈ ਔਰ ਇਹ ਵੀ ਜਾਣਾਂਗੇ ਕਿ ਵਾਕਈ ਹੀ ਲਗਭਗ 40 ਕਿੱਲੇ ਜੋ ਜ਼ਮੀਨ ਹੈ ਉਹ ਕੁੱਤਿਆਂ ਦੇ ਨਾਂ 'ਤੇ ਹੈ। ਸਾਡੇ ਦੇਵੀ ਰਾਮ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਜੀ ਬੜੀ ਚਰਚਾ ਹੁੰਦੀ ਦੀ ਇਸ ਮੰਦਿਰ ਦੀ, ਪਟਿਆਲੇ ਦੇ ਲਾਗੇ ਆਪਾਂ ਇਸ ਸਮੇਂ ਖੜ੍ਹੇ ਹਾਂ। ਇਤਿਹਾਸ ਕੀ ਹੈ ਇਹਦਾ? ਜੇ ਇਤਿਹਾਸ ਪੱਖੋਂ ਆਪਾਂ ਨਜ਼ਰ ਮਾਰੀਏ, ਕਿਉਂਕਿ ਹੁਣ ਮੈਂ ਬਜ਼ੁਰਗਾਂ ਨਾਲ ਵੀ ਗੱਲ ਕਰ ਰਿਹਾ ਸੀ, ਕੋਈ ਕਹਿੰਦਾ ਜੀ 500 ਸਾਲ ਪੁਰਾਣਾ ਮੰਦਿਰ ਹੈ, ਕੋਈ 800 ਸਾਲ ਕਹਿ ਰਿਹਾ, ਕੋਈ 400 ਸਾਲ ਕਹਿ ਰਿਹਾ। ਤੇ ਇਤਿਹਾਸ ਕੀ ਜੇ ਪਿਛੋਕੜ ਤੇ ਆਪਾਂ ਜਾ ਕੇ ਜੇ ਨਜ਼ਰ ਮਾਰੀਏ ਤਾਂ? ਇਤਿਹਾਸ ਦੀ ਅਗਰ ਆਪਾਂ ਗੱਲ ਕਰਦੇ ਹਾਂ, ਇਤਿਹਾਸ ਤਾਂ ਬਣਾਏ ਜਾਂਦੇ ਨੇ ਜਦੋਂ ਕੋਈ ਸਿੱਧ ਮਹਾਪੁਰਸ਼ ਜਾਂ ਕਿਸੇ ਸਿੰਘ ਸ਼ਹੀਦ ਜਾਂ ਕਿਸੇ ਨੇ ਆਪਣੇ ਦੇਸ਼ ਦੇ ਨਿਯਮਤ ਕੋਈ ਸ਼ੁਭ ਕਾਰਜ ਕੀਤਾ ਹੋਵੇ ਤਾਂ ਉਹ ਇੱਕ ਇਤਿਹਾਸ ਹੀ ਬਣ ਜਾਂਦਾ ਹੈ। ਉਹਦੇ ਨਿਯਮਤ ਇੱਥੇ ਬਹੁਤ ਸਮਾਂ ਪਹਿਲਾਂ ਤਕਰੀਬਨ 800-900 ਸਾਲ ਪਹਿਲਾਂ ਮਹਾਰਾਜ ਸ੍ਰੀ ਬਾਬਾ ਭਵਾਨੀਗਿਰ ਜੀ ਤਪੱਸਿਆ ਦੇ ਲਈ ਇਕਾਂਤ ਸਥਾਨ ਦੇ ਨਿਯਮਤ ਇੱਥੇ ਵਿਰਾਜਮਾਨ ਸੀਗੇ। ਇੱਥੇ ਜੰਗਲ ਹੋਇਆ ਕਰਦਾ ਸੀ। ਉਹਦੇ ਨਿਯਮਤ ਥੋੜ੍ਹਾ ਜਿਹਾ ਉੱਚਾ ਜਿਹਾ ਟਿੱਬਾ ਸੀਗਾ। ਟਿੱਬੇ ਦੇ ਮੁਤਾਬਕ ਕਹਿਣ ਦਾ ਮਿੰਨੀ ਪਹਾੜ। ਉਸ ਪਰਮਾਤਮਾ ਦੇ ਨਿਯਮਤ ਗੱਲਬਾਤ ਐ ਹੋਈ ਕਿ ਜਦੋਂ ਇੱਥੇ ਇੰਗਲੈਂਡ ਦਾ ਰਾਜ ਹੋਇਆ ਕਰਦਾ ਸੀ, ਉਸ ਸਮੇਂ ਦੀ ਗੱਲ ਹੈ, ਤਕਰੀਬਨ ਇਹ 750-800 ਸਾਲ ਪੁਰਾਣੀ ਗੱਲ ਹੈ। ਤੇ ਮਹਾਪੁਰਸ਼ ਸ੍ਰੀ ਭਵਾਨੀਗਿਰ ਜੀ ਇੱਥੇ ਇਕਾਂਤ ਦੇ ਵਿੱਚ ਤਪ ਕਰਿਆ ਕਰਦੇ ਸੀ। ਇੱਕ ਅੰਗਰੇਜ਼ਾਂ ਦਾ ਗੁਪਤਚਰ ਸੀ ਜਿਹਦਾ ਨਾਮ ਬਾਬਾ ਆਲਾ ਸਿੰਘ ਸੀਗੇ। ਉਹ ਤਕਰੀਬਨ ਹਰ ਪ੍ਰਕਾਰ ਦੇ ਗੁਪਤ ਸੰਦੇਸ਼ਾਂ ਦਾ ਕਾਰਜ ਸੰਭਾਲਦੇ ਸੀ, ਜਿਹਦੇ ਨਿਯਮਤ ਜਿਵੇਂ ਬਜ਼ੁਰਗ ਦੱਸਦੇ ਨੇ ਉਹ ਕਿਸੇ ਸੰਦੇਸ਼ ਦੇ ਨਿਯਮਤ ਰਾਜਪੁਰੇ ਆਇਆ ਹੋਇਆ ਸੀ। ਬਰਸਾਤ ਬਹੁਤ ਹੋ ਰਹੀ ਸੀ। ਰਾਜਪੁਰਾ ਤੇ ਪਟਿਆਲੇ ਨੂੰ ਮਿਲਾਉਣ ਵਾਲਾ ਜਿਹੜਾ ਅੱਜ ਕੱਲ੍ਹ ਇਹ ਰੇਲਵੇ ਲਾਈਨ ਦਾ ਰਸਤਾ ਹੈ, ਪਹਿਲਾਂ ਉਹ ਪੈਦਲ ਰਸਤਾ ਹੋਇਆ ਕਰਦਾ ਤਾ। ਪਟਿਆਲਾ ਜਿਹੜਾ ਹੈਗਾ ਰਾਜਪੁਰੇ ਤੋਂ ਬਹੁਤ ਨਿਮਾਣ ਦੇ ਵਿੱਚ ਹੈ, ਜਿਹਦੇ ਨਿਯਮਤ ਪਾਣੀ ਇੱਥੇ ਇਲਾਕੇ ਦੇ ਵਿੱਚ ਬਰਸਾਤਾਂ ਹੋਣ ਕਰਕੇ ਬਹੁਤ ਭਰ ਗਿਆ ਸੀ। ਤੇ ਜਦੋਂ ਉਹ ਰਾਜਾ ਆਪਣਾ ਬਾਬਾ ਆਲਾ ਸਿੰਘ ਜੀ ਇਸ ਰਸਤੇ ਤੇ ਜਾ ਰਹੇ ਤੇ ਤਾਂ ਉਹਨਾਂ ਨੇ ਮਹਾਰਾਜ ਜੀ ਦਾ ਧੂਣਾ ਚੇਤਨ ਦੇਖਿਆ, ਬਲਿਆ ਦੇਖਿਆ, ਤੇ ਉਹਨਾਂ ਨੂੰ ਥੋੜ੍ਹੀ ਜਿਹੀ ਸ਼ਾਂਤੀ ਮਿਲੀ ਵੀ ਇੱਥੇ ਕੋਈ ਨਾ ਕੋਈ ਇਨਸਾਨ ਰਹਿੰਦਾ ਹੋਏਗਾ। ਜਦੋਂ ਉਹਨਾਂ ਦੇ ਨਿਯਮਤ ਇੱਥੇ ਰਾਤ ਕੱਟਾਂਗੇ, ਸਵੇਰੇ ਜਿਵੇਂ ਵੀ ਪਾਣੀ ਉਤਰੂਗਾ ਪਟਿਆਲੇ ਚਲੇ ਜਾਵਾਂਗੇ। ਮਹਾਰਾਜ ਸ੍ਰੀ ਬਾਬਾ ਭਵਾਨੀਗਿਰ ਜੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ। ਉਹਨਾਂ ਨੇ ਪ੍ਰਣਾਮ ਕੀਤਾ ਤੇ ਮਹਾਰਾਜ ਜੀ ਦੀ ਸੇਵਾ ਕਰਨ ਉਪਰੰਤ ਉਹਨਾਂ ਨੇ
ਇੱਥੋਂ ਪਟਿਆਲਾ ਜਾਣ ਦੇ ਨਿਯਮਤ ਵਿਚਾਰ ਕੀਤਾ ਵੀ ਗੁਰੂ ਮਹਾਰਾਜ ਜੀ ਵੀ ਆਪ ਜੀ ਦੀ ਕਿਰਪਾ ਨਾਲ ਅਗਰ ਮੈਂ ਪਟਿਆਲੇ ਪਹੁੰਚ ਜਾਵਾਂ ਬਹੁਤ ਕਿਰਪਾ ਹੋਏਗੀ, ਕਿਉਂਕਿ ਇਹ ਸੰਦੇਸ਼ ਜਿਹੜਾ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਪਾਣੀ ਜਿਹੜਾ ਹੈਗਾ ਇੰਨਾ ਚੜਿਆ ਹੋਇਆ ਵੀ 6-7 ਦਿਨ ਤਾਂ ਵੈਸੇ ਹੀ ਨਾ ਉਤਰੇ। ਉਸ ਤੋਂ ਨਿਯਮਤ ਬਈ ਮਹਾਰਾਜ ਸ੍ਰੀ ਭਗਵਾਨਗੀਰ ਜੀ ਨੇ ਆਪਣੀ ਸਮਰਥ ਸ਼ਕਤੀ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਨੂੰ ਪਟਿਆਲੇ ਪਹੁੰਚਾਇਆ। ਪਟਿਆਲੇ ਪਹੁੰਚਣ ਤੋਂ ਬਾਅਦ ਜਦੋਂ ਉਹਨਾਂ ਨੇ ਵਿਚਾਰ ਕੀਤਾ, ਬਾਬਾ ਆਲਾ ਸਿੰਘ ਨੇ, ਵੀ ਇਹਦਾ ਹੁਣ ਰਾਜੇ ਅੰਗਰੇਜ਼ ਹੈ ਜਿਹੜੇ ਆਪਣਾ ਭਾਰਤ ਛੱਡ ਕੇ ਜਾ ਰਹੇ ਨੇ, ਵੀ ਕਿਉਂ ਨਾ ਮੈਂ ਗੁਰੂ ਮਹਾਰਾਜ ਸ੍ਰੀ ਬਾਬਾ ਜੀ ਭਗਵਾਨ ਜੀ ਕੋਲ ਜਾ ਕੇ ਆਸ਼ੀਰਵਾਦ ਪ੍ਰਾਪਤ ਕਰਾਵਾਂ, ਵੀ ਜਿਹਦੇ ਨਿਯਮਤ ਕਮ ਸੇ ਕਮ ਇਸ ਰਿਆਸਤ ਦਾ ਹੀ ਰਾਜਾ ਮੈਨੂੰ ਘੋਸ਼ਿਤ ਕਰ ਦੇਣ ਇਹ ਅੰਗਰੇਜ਼, ਕਿਸੇ ਨਾ ਕਿਸੇ ਨੂੰ ਤਾਂ ਇਹ ਬਿਠਾਉਣਗੇ ਹੀ। ਉਹਦੇ ਨਿਯਮਤ ਰਾਜਾ ਆਪਣਾ ਬਾਬਾ ਆਲਾ ਸਿੰਘ ਜੀ ਮਹਾਂਪੁਰਸ਼ਾਂ ਕੋਲ ਫੇਰ ਆਏ। ਫੇਰ ਆਉਣ ਤੋਂ ਬਾਅਦ ਉਹਨਾਂ ਨੇ ਉਹੀ ਫਰਿਆਦ ਬੇਨਤੀ ਕੀਤੀ ਵੀ ਬਾਬਾ ਜੀ ਤੁਸੀਂ ਬੜੀ ਕਿਰਪਾ ਦੇ ਨਾਲ ਮੈਨੂੰ ਇਹੋ ਜਿਹੇ ਇੰਨੇ ਜਲ ਦੇ ਵਿੱਚੋਂ ਸਮਰਥ ਬਖਸ਼ੀ ਕਿ ਮੈਂ ਪਟਿਆਲੇ ਪਹੁੰਚ ਗਿਆ, ਵੀ ਹੁਣ ਕਿਰਪਾ ਕਰਕੇ ਇਹ ਵੀ ਕਿਰਪਾ ਕਰੋ ਕਿ ਉਹ ਜਾ ਰਹੇ ਨੇ ਮੈਨੂੰ ਇਸ ਰਿਆਸਤ ਦਾ ਰਾਜਾ ਬਣਾ ਦੇਣ। ਬਾਬਾ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਪ੍ਰਦਾਨ ਕੀਤਾ, ਜਿਹਦੇ ਨਿਯਮਤ ਉਹ ਰਾਜਾ ਬਣੇ। ਜਦੋਂ ਕਹਿੰਦੇ ਆ ਸੁੱਖ ਸੁਵਿਧਾ ਮਨੁੱਖ ਕੋਲ ਆ ਜਾਂਦੀ ਹੈ, ਉਹ ਪ੍ਰਮਾਤਮਾ ਗੁਰੂਆਂ ਨੂੰ ਭੁੱਲ ਜਾਂਦਾ। ਉਹੀ ਗੱਲ ਉਹਦੇ ਨਾਲ ਹੋਈ, ਜਦੋਂ ਉਹਦੇ ਕੋਲ ਸੁੱਖ ਸੁਵਿਧਾ ਹੋ ਗਈ, ਉਹ ਰਾਜਾ ਬਣ ਗਿਆ, ਉਹ ਮਹਾਂਪੁਰਸ਼ਾਂ ਨੂੰ ਭੁੱਲ ਗਿਆ। ਕੁਝ ਸਮਾਂ ਬਤੀਤ ਹੋਇਆ, ਉਹਨੇ ਵਿਵਾਹ ਕੀਤੇ। ਵਿਵਾਹ ਦੇ ਨਿਯਮਤ ਕਿਸੇ ਵੀ ਰਾਣੀ ਦੇ ਕੋਈ ਔਲਾਦ ਨਾ ਹੋਈ। ਉਸ ਦੇ ਨਿਯਮਤ ਉਹ ਫਿਰ ਮਹਾਰਾਜ ਸ੍ਰੀ ਬਾਬਾ ਜੀ ਦਾ ਉਹਨਾਂ ਨੂੰ ਸਮਰਨ ਆਇਆ, ਆ ਕੇ ਨਿਵੇਦਨ ਬੇਨਤੀਆਂ ਕੀਤੀਆਂ ਵੀ ਮਹਾਰਾਜ ਮੈਨੂੰ क्षमा ਕਰੋ, ਤੁਸੀਂ ਮੈਨੂੰ ਐਡੀ ਰਿਆਸਤ ਦਾ ਮਾਲਕ ਬਣਾਇਆ, ਇੰਨੀ ਕਰਨੀ ਦੇ ਮਾਲਕ ਹੋ, ਮੈਂ ਤੁਹਾਨੂੰ ਭੁੱਲ ਗਿਆ। ਚਲੋ ਮਹਾਂਪੁਰਸ਼ ਲੱਗੇ ਕਹਿਣ ਵੀ ਬੱਚਾ ਦੱਸ ਹੁਣ ਤੈਨੂੰ ਕੀ ਇੱਛਾ, ਵੀ ਕੁਛ ਨਾ ਕੁਛ ਤੂੰ ਪ੍ਰਾਪਤੀ ਹੇਤੂ ਹੀ ਆਇਆ ਹੋਏਗਾ। ਉਹਨੇ ਆਪਣੀ ਗੱਲ ਦੱਸੀ। ਮਹਾਂਪੁਰਸ਼ਾਂ ਦੀ ਆਸ਼ੀਰਵਾਦ ਨਾਲ ਉਹਨੂੰ ਸੰਤਾਨ ਵੀ ਹੈ ਜਿਹੜੀ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਦੇ ਨਾਲ ਪ੍ਰਾਪਤ ਹੋਈ। ਉਸ ਤੋਂ ਬਾਅਦ ਫਿਰ ਮਹਾਰਾਜ ਜੀ ਦੇ ਨਿਯਮਤ ਉਹਨਾਂ ਨੇ ਕਿਹਾ ਵੀ ਬਾਬਾ ਜੀ ਜਿਵੇਂ ਮੈਂ ਰਾਤ ਨੂੰ ਭੁੱਲਿਆ ਭਟਕਿਆ ਇੱਥੇ ਆ ਕੇ ਤੁਹਾਡੇ ਕੋਲ ਵਿਸ਼ਰਾਮ ਕੀਤਾ, ਉਹਦੇ ਨਿਯਮਤ ਮੈਂ ਚਾਹੁੰਦਾ ਮਹਾਰਾਜ ਇੱਥੇ ਕੋਈ ਸਰਾਏ ਕੋਈ ਛੋਟਾ ਮੋਟਾ ਆਪਾਂ ਮੰਦਿਰ ਦਾ ਨਿਰਮਾਣ ਕਰ ਦਿੰਦੇ ਹਾਂ। ਤੇ ਬਾਬਾ ਜੀ ਨੇ ਕਿਹਾ ਵੀ ਬੱਚਾ ਸੰਤ ਦਾ ਭਜਨ ਇਕਾਂਤ 'ਚ ਕਰਦਾ ਹੈ, ਜੰਗਲਾਂ 'ਚ ਕਰਦਾ ਹੈ, ਸਾਨੂੰ ਇੱਥੇ ਸਰਾਇਆ ਮੰਦਿਰ ਬਣਾ ਕੇ ਕੋਈ ਪ੍ਰਦਰਸ਼ਨ ਤਾਂ ਕਰਨਾ ਨਹੀਂ ਹੈਗਾ। ਪਰ ਫਿਰ ਵੀ ਉਹਨਾਂ ਨੇ ਰਾਜੇ ਨੇ ਬਹੁਤ ਬੇਨਤੀ ਨਿਵੇਦਨ ਕੀਤੀ। ਚਲੋ ਮਹਾਰਾਜ ਜੀ ਨੇ ਉਹਨਾਂ ਦਾ ਆਗ੍ਰਹਿ ਮੰਨ ਲਿਆ ਤੇ ਇੱਥੇ ਇਸ ਮੰਦਿਰ ਦਾ ਨਿਰਮਾਣ ਕੀਤਾ। ਇਹ ਜਿਹੜੀ ਸਾਹਮਣੇ ਆਪਾਂ ਸਮਾਧ ਵੇਖ ਰਹੇ ਹਾਂ, ਇਹ ਬਾਬਾ ਸ੍ਰੀ ਭਗਵਾਨਗੀਰ ਜੀ ਦੀ ਹੈ। ਇਹ ਚਾਰੇ ਸਮਾਧਾਂ ਜੂਦਿਆਂ ਨੇ ਸੰਤਾਂ ਨੇ ਇਹ ਜਿਹੜੀ ਹੈਗੀ ਹੈ ਸਮਾਧਾਂ ਲਈਆਂ ਹੋਈਆਂ ਨੇ। ਤੇ ਆ ਜੋ ਤੁਹਾਨੂੰ ਇੱਕ ਪੁਰਾਤਨ ਸਤੀਰੀ ਦੇ ਦਰਸ਼ਨ ਕਰਾਉਣਾ। ਹੁਣ ਤਾਂ ਬਾਅਦ ਦੇ ਵਿੱਚ ਪੇਂਟ ਪੂੰਟ ਕਰਤਾ ਇੱਥੇ ਗਲਤੀ ਨਾਲ। ਅਸਲ ਦੇ ਵਿੱਚ ਇਹ ਸਤੀਰੀ ਬਹੁਤ ਪੁਰਾਣੀ ਹੈ ਜੀ, ਅੱਜ ਤਕਰੀਬਨ 800-900 ਸਾਲ ਪੁਰਾਣੀ ਹੈ। ਇਸ ਸਤੀਰੀ ਤੇ ਝਾਕੀ ਮਾਰੋ, ਪਰ ਕਿਸੇ ਕਾਰੀਏ ਬਸ ਸੰਤਾਂ ਚਾਹਿਆ ਤਾਂ ਸੀਗਾ ਵੀ ਇਹਨੂੰ ਪ੍ਰਦਰਸ਼ਨੀ ਬਣਾ ਕੇ ਰੱਖੀਏ, ਸ਼ੀਸ਼ੇ 'ਚ ਜੜਾ ਕੇ ਰੱਖੀਏ, ਪਰ ਮਹਾਂਪੁਰਸ਼ਾਂ ਨੇ ਮਨਾ ਕਰ ਦਿੱਤਾ ਸੀਗਾ। ਕਹਿੰਦਾ ਵੀ ਅਸੀਂ ਕੋਈ ਇਹ ਦਿਖਾਵਾ ਨਹੀਂ ਕਰਨਾ, ਕੋਈ ਇਸ ਚੀਜ਼ ਨੂੰ ਸੱਤਿਆ ਮੰਨੇ ਅਸੱਤਿਆ ਮੰਨੇ, ਜੋ ਹੈ ਸੋ ਹੈ। ਪਰ ਸੰਤਾਂ ਦੇ ਨਿਯਮਤ ਇਹ ਕਾਰੀਆ ਜਿਹੜਾ ਹੈਗਾ ਨਹੀਂ ਕਰ ਦਿੱਤਾ ਗਿਆ ਤੇ ਇਹਦੀ ਜਿਹੜੀ ਸੰਭਲ ਸੰਭਾਲ ਹੈ ਉਹ ਨਹੀਂ ਕਰ ਪਾਏ। ਹੁਣ ਮਹਾਰਾਜ ਸ੍ਰੀ ਭਗਵਾਨਗੀਰ ਜੀ ਦੇ ਨਿਯਮਤ ਫਿਰ ਉਹਨਾਂ ਨੇ ਕਿਹਾ ਵੀ ਮਹਾਰਾਜ ਰਾਜੇ ਨੇ ਆਲਾ ਸਿੰਘ ਨੇ ਵੀ ਇਹ ਬਣਤਾ ਗਿਆ ਪ੍ਰਭੂ, ਵੀ ਹੁਣ ਇਹਦੇ ਨਿਯਮਤ ਅਸੀਂ ਕੋਈ ਆਮਦਨੀ ਲਾਣਾ ਚਾਹੁੰਦੇ ਹਾਂ। ਤਾਂ ਤਕਰੀਬਨ ਵੀਰ ਜੀ ਦੱਸਦੇ ਆ ਵੀ 1000 ਏਕੜ ਦੇ ਤਕਰੀਬ ਜ਼ਮੀਨ ਸੀ ਜਿਹੜੀ ਉਹਨਾਂ ਨੇ ਬਾਬਾ ਜੀ ਨੇ ਦਰਵੇਸ਼ਾਂ ਦੇ ਨਾਂ ਕਰਨ ਨੂੰ ਕਿਹਾ। ਤੁਮਨੇ ਕਾਰਨ ਪੁੱਛਿਆ ਵੀ ਬਾਬਾ ਜੀ ਇਹ ਜ਼ਮੀਨ ਤੁਹਾਡੇ ਨਾਂ ਕਿਉਂ ਨਾ ਕਰੀਏ, ਜਾਂ ਮੰਦਰ ਜਾਂ ਸਮਾਧਾਂ ਦੇ ਨਾਂ ਕਿਉਂ ਨਾ ਕਰੀਏ, ਇਹ ਦਰਵੇਸ਼ਾਂ ਤੇ ਕੁੱਤਿਆਂ ਦੇ ਨਾਂ ਹੀ ਕਿਉਂ ਕਰੀਏ। ਤੇ ਗੁਰੂਆਂ ਨੇ ਕਿਹਾ ਵੀ ਭਾਈ ਗੱਲ ਇਹ ਹੈ ਕਿ ਅਗਰ ਤੁਸੀਂ ਮੇਰੇ ਨਾਂ ਕਰਦੇ ਹੋ, ਮੇਰੇ ਅੱਗੇ ਫਿਰ ਕੋਈ ਹੋਰ ਸ਼ਿਸ਼ਯ ਸੰਤ ਆਏਗਾ। ਕਲਯੁਗ ਹੈ, ਭਵਿੱਖ ਦੇ ਵਿੱਚ ਕੋਈ ਸ਼ਰਾਬੀ ਦਾ ਸ਼ਰਾਬ ਦਾ ਐਬੀ, ਜਾਂ ਕਿਸੇ ਹੋਰ ਨਸ਼ੇ ਦਾ, ਜਾਂ ਕਿਸੇ ਹੋਰ ਵਾਸ਼ਨਾ ਦਾ ਐਬੀ, ਠੀਕ ਹੈ ਜੀ, ਅਗਰ ਫਸ ਗਿਆ ਤਾਂ ਸਾਰੀ ਸੰਪत्ति ਨੂੰ ਉਹ ਨਸ਼ਟ ਕਰ ਜਾਏਗਾ। ਅਗਰ ਇਹ ਦਰਵੇਸ਼ਾਂ ਦੇ ਨਾਲ ਸੰਪत्ति ਰਹੇਗੀ, ਇੱਥੇ ਰਹਿਣ ਵਾਲਾ ਸੇਵਾ ਦਾ ਜ਼ਰੂਰ ਕਰੇਗਾ, ਸੇਵਕ ਰੂਪ ਦੇ ਵਿੱਚ ਉਹ ਵਿਰਾਜਮਾਨ ਰਹੇਗਾ, ਪਰੰਤੂ ਇਸ ਆਮਦਨੀ ਨੂੰ ਕੁਰਕ ਨਹੀਂ ਕਰ ਸਕੇਗਾ, ਵੇਚ ਨਹੀਂ ਸਕੇਗਾ। ਉਸ ਦੇ ਨਿਯਮਤ ਜਿਹੜਾ ਉਹ ਕਾਗਜ਼ ਸੀਗਾ ਉਹ ਕਿਸੇ ਅਣਗਹਿਲੀ ਦੇ ਵਿੱਚ ਬਾਬਿਆਂ ਕੋਲੋਂ ਧੂਣੇ 'ਚ ਬਹੁਤ ਸਾਰਾ ਫੂਕ ਗਿਆ।
ਜਿੰਨਾ ਕੁ ਰਹਿ ਗਿਆ। ਹੁਣ ਪਹਿਲਾਂ ਹੁੰਦਾ ਕਿਆ ਸੀ, ਪਹਿਲਾਂ ਰਾਜੇ ਮਹਾਰਾਜਿਆਂ ਕੋਲ ਮਨੀਮ ਹੋਇਆ ਕਰਦੇ ਤੇ, ਉਹ ਮਨੀਮਾਂ ਤੇ ਜਿਹੜਾ ਵੀ ਹੈਗਾ ਬਹੀਆਂ ਖਾਤਿਆਂ ਤੇ ਉੱਤੇ ਇਹ ਰਿਕਾਰਡ ਹੁੰਦਾ ਸੀ ਆਪਣਾ ਜ਼ਮੀਨ ਜਾਇਦਾਦਾਂ ਦਾ। ਫਿਰ ਪਟਵਾਰਖਾਨੇ ਖੁੱਲ੍ਹੇ, ਫਿਰ ਪਟਵਾਰੀਆਂ ਕੋਲੇ ਸਥਿਤੀ ਆਈ। ਹੁਣ ਸਮਾਂ ਇੰਨਾ ਚੇਂਜ ਹੋ ਗਿਆ ਹੈਗਾ, ਹੁਣ ਸੁਵਿਧਾ ਕੇਂਦਰ, ਹੁਣ ਅੱਜ ਕੱਲ੍ਹ ਕੰਪਿਊਟਰ 'ਤੇ ਸਾਰਾ ਕੰਮ ਹੋ ਜਾਂਦਾ। ਉਸ ਸਮੇਂ ਮੁਨੀਮ ਹੋਇਆ ਕਰਦੇ ਤੇ। ਚਲੋ ਜਿੰਨਾ ਕੁ ਵੀ ਹੁਣ ਅੱਜ ਦੇ ਟਾਈਮ ਦੇ ਵਿੱਚ ਕਾਗਜ਼ ਬਣਿਆ, ਇਹ ਪਟਵਾਰਖਾਨੇ 'ਚ ਜਮ੍ਹਾਂ ਹੋਇਆ, ਫਿਰ ਇਹ ਸੁਵਿਧਾ ਕੇਂਦਰ ਦੇ ਵਿੱਚ ਚੜਾਇਆ ਗਿਆ। ਇਸ ਤਰ੍ਹਾਂ ਜਿਹੜੀ ਹੈਗੀ ਹੈ ਤਕਰੀਬਨ 160 ਕੁ ਵਿਗੇ ਜ਼ਮੀਨ ਅੰਦਾਜ਼ਾ ਦਰਵੇਸ਼ਾਂ ਦੇ ਨਾਂ ਹੈ। ਤੇ ਇਕੱਲੇ ਦਰਵੇਸ਼ ਨਾਂ ਦੇ ਇੱਥੇ ਮਾਲਕ ਨਹੀਂ ਹੈਗੇ, ਇਹਨਾਂ ਨੂੰ 2 ਟਾਈਮ ਰੋਟੀ ਬਣਦੀ ਹੈ। ਦੁਪਹਿਰੇ ਨੂੰ 1 ਟੋਕਰਾ ਰੋਟੀਆਂ ਦਾ ਪਹਿਲਾਂ ਇਹਨਾਂ ਨੂੰ ਭੋਗ ਲਗਾਇਆ ਜਾਂਦਾ ਹੈ, ਰੱਜ ਕੇ ਖਿਲਾਇਆ ਜਾਂਦਾ ਹੈ, ਭੋਗ ਵੀ ਨਹੀਂ। ਤੇ ਐਵੇਂ ਹੀ ਰਾਤ ਨੂੰ ਸਵੇਰੇ ਨਾਸ਼ਤੇ 'ਚ ਇਹਨਾਂ ਨੂੰ ਲੱਸੀ ਦਿੱਤੀ ਜਾਂਦੀ ਹੈ। ਸਾਹਮਣੇ ਗਊਸ਼ਾਲਾ ਹੈ ਇੱਧਰ, ਤੇ ਗਊਸ਼ਾਲਾ ਦੇ ਨਿਯਮਿਤ ਸਾਰਾ ਦੁੱਧ ਜਿਹੜਾ ਜਮਾ ਦਿੱਤਾ ਜਾਂਦਾ, ਇੱਥੇ ਕੋਈ ਵੇਚਿਆ ਨਹੀਂ ਜਾਂਦਾ। ਸੰਗਤ ਨੂੰ ਦੁੱਧ ਜਾਂ ਚਾਹ ਦਾ ਅਟੂਟ ਲੰਗਰ ਤਕਰੀਬਨ ਚੱਲਦਾ, ਜੋ ਰੋਟੀ ਦੇ ਸਮੇਂ ਅਨੁਸਾਰ ਇੱਥੇ ਪਹੁੰਚਦਾ ਹੈ। ਤੇ ਸਾਰੀ ਲੱਸੀ ਫਿਰ ਕੁੱਤੇ ਨੂੰ ਪਾ ਦਿੱਤੀ ਜਾਂਦੀ ਹੈ। ਇਹ ਉਹਨੂੰ ਪੀਂਦੇ ਵੀ ਨੇ, ਨਹਾਉਂਦੇ ਵੀ ਨੇ, ਮਤਲਬ ਕਿ ਜੋ ਇਸ ਦੀ ਡੇਰੇ ਦੀ ਪਰੰਪਰਾ ਚਲੀ ਆ ਰਹੀ ਹੈ। ਇਹਦੇ ਨਾਲ ਨਾਲ ਇੱਕ ਮੈਂ ਤੁਹਾਨੂੰ ਹੋਰ ਛੋਟੀ ਜਿਹੀ ਗੱਲ ਦੱਸਦਾ, ਹੈ ਤਾਂ ਬਹੁਤ ਵੱਡੀ ਹੈ, ਇਤਿਹਾਸ ਤਾਂ ਤਕਰੀਬਨ ਤੁਸੀਂ ਜਾਣ ਹੀ ਚੁੱਕੇ ਹੋ। ਸਾਡੇ ਡੇਰੇ ਦੇ ਪਿੰਡ ਦੇ ਵਿੱਚ ਜਾਂ ਆਲੇ ਦੁਆਲੇ ਦੇ 10-12 ਪਿੰਡ ਨੇ ਜਿਹੜੇ ਮਤਲਬ ਇਸ ਮੰਦਿਰ ਨੂੰ ਮੰਨਦੇ ਨੇ ਸ਼ੁਰੂ ਤੋਂ। ਤਾਂ ਜਦੋਂ ਵੀ ਕਿਸੇ ਦੇ ਘਰ ਜਨਮ ਦਿਨ ਹੋਣਾ ਹੈ, ਵਿਵਾਹ ਹੋਣਾ ਹੈ, ਜਾਂ ਕਿਸੇ ਦਾ ਕੋਈ ਭੋਗ ਪੈਣਾ ਹੈ, ਸੁੱਖ ਦਾ ਜਾਂ ਦੁੱਖ ਦਾ, ਅਗਰ ਉੱਥੇ ਜੋ ਵੀ ਮਿਸ਼ਠਾਨ ਭੰਡਾਰ ਬਣਦਾ ਹੈ, ਪਹਿਲਾਂ ਮਤਲਬ ਕਿ 5-4 ਬਾਲਟੀਆਂ ਰੋਟੀ ਦਾਲ ਸਬਜ਼ੀ ਦੀਆਂ ਇਹਨਾਂ ਦਰਵੇਸ਼ਾਂ ਦੇ ਨਾਂ ਨਿਕਲਦੀਆਂ ਨੇ। ਤੇ ਉਹ ਆਪਣੇ ਘਰ 'ਚ ਮੰਨ ਲਓ ਤੁਸੀਂ ਅਖੰਡ ਪਾਠ ਸਾਹਿਬ ਖਲਵਾਇਆ, ਜਿਹੜਾ ਤੁਸੀਂ ਭੋਜਨ ਬਣਾਉਣਾ, ਸਭ ਤੋਂ ਪਹਿਲਾਂ ਤੁਸੀਂ 10-11 ਵਜੇ ਨੂੰ ਭੋਜਨ ਤਿਆਰ ਕਰਕੇ ਇੱਥੇ ਡੇਰੇ 'ਚ ਪਹੁੰਚਾ ਦੇਣਾ। ਇੱਥੇ ਕੋਈ ਵੀ ਭੇਦਭਾਵ ਨਹੀਂ ਹੈਗਾ ਕਿਸੇ ਵੀ ਪ੍ਰਕਾਰ ਦਾ। ਇਹ ਤਕਰੀਬਨ ਸਾਡੇ ਪਿੰਡ ਦੇ ਵਿੱਚ ਜੱਟ ਤੇ ਬ੍ਰਾਹਮਣ ਰਹਿੰਦੇ ਨੇ, ਤੇ ਹੋਰ ਨੇ ਛੋਟੇ ਕੁਝ ਹੋਰ ਜਾਤਾਂ ਨੇ ਜਿਵੇਂ ਆਪਣੀਆਂ ਹੁੰਦੀਆਂ ਨੇ। ਤਕਰੀਬਨ ਸਾਰਾ ਹੀ ਭਾਈਚਾਰਾ ਇੱਕ ਹੋ ਕੇ, ਤੇ ਇੱਥੇ ਸ਼ਾਮ ਨੂੰ ਇਹ ਨਹੀਂ ਹੈਗਾ ਕਿਸੇ ਦੇ ਮਨ 'ਚ ਵੀ ਮੈਂ ਸਿੱਖ ਹੈ ਜੀ, ਮੈਂ ਅੰਮ੍ਰਿਤ ਛਕਿਆ ਹੋਇਆ, ਮੈਂ ਮੰਦਿਰ 'ਚ ਨਹੀਂ ਜਾਣਾ, ਜਾਂ ਇੱਥੇ ਦੇ ਜਿਹੜੇ ਬ੍ਰਾਹਮਣ ਜਾਂ ਸੰਤ ਨੇ ਵੀ ਇਹ ਗੁਰਦੁਆਰਾ ਸਾਹਿਬ ਹੈ ਭਾਈ ਅਸੀਂ ਨਹੀਂ ਜਾਣਾ। ਨਹੀਂ, ਸਾਰੇ ਸਥਾਨਾਂ 'ਤੇ ਹੁਮ ਹਮਾ ਕੇ ਇਹ ਕਿਰਪਾ ਹੈ ਇੱਥੇ ਸੰਤਾਂ ਦੀ, ਵੀ ਇੰਨਾ ਪ੍ਰੇਮ ਹੈ ਧਰਮ ਤੇ ਇਤਿਹਾਸ ਦੇ ਨਿਯਮਤ। ਜੇ ਤੁਸੀਂ ਸਾਰੀ ਗੱਲਬਾਤ ਤੁਸੀਂ ਰੱਖੀ ਹੈ, ਇਤਿਹਾਸ ਵੀ ਦੱਸਿਆ, ਹੁਣ ਆਸ-ਪਾਸ ਦੇਖਦੇ ਹਾਂ ਪੰਜਾਬ ਵਿੱਚ ਵੀ ਕਈ ਲੋਕਾਂ ਨੂੰ ਪਤਾ ਹੋਊਗਾ ਇਸ ਮੰਦਿਰ ਬਾਰੇ। ਫਿਰ ਕੁੱਤਿਆਂ ਦਾ ਡੇਰਾ ਕਿਉਂ ਕਿਹਾ ਜਾਂਦਾ ਇਹਨਾਂ ਨੂੰ, ਵੀ ਕੁੱਤਿਆਂ ਦਾ ਡੇਰਾ ਹੈਗਾ ਜਾਂ ਕੁੱਤਿਆਂ ਦਾ ਮੰਦਿਰ ਹੈਗਾ? ਤੁਸੀਂ ਗੱਲ ਜਿਵੇਂ ਹੁਣ ਕਰਦੇ ਸੀ ਕਿ ਕੁੱਤਿਆਂ ਦੇ ਨਾਂ ਉੱਤੇ ਵੀ ਲਗਭਗ 40 ਕਿੱਲੇ ਜ਼ਮੀਨ ਜੋ ਹੈ ਉਹ ਮੌਜੂਦ ਹੈ, ਫਿਰ ਕੁੱਤਿਆਂ ਦਾ ਡੇਰਾ ਕਿਉਂ ਕਿਹਾ ਜਾਂਦਾ ਹੈ? ਇਹਦਾ ਕਾਰਨ ਇਹੀ ਹੈ ਕਿ ਕਿਹਾ ਕਿਉਂ ਜਾਂਦਾ ਹੈ, ਇਹ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਇਹ ਹੈ ਕਿ ਇਸ ਸੰਪत्ति ਨੂੰ ਕੋਈ ਕੁਰਕ ਨਾ ਕਰ ਸਕੇ, ਠੀਕ ਹੈ ਜੀ। ਤੇ ਦੂਜਾ ਸਾਡੇ ਅਗਰ ਇਸ ਗੱਲ ਦੀ ਵਿਚਾਰ ਕਰਦੇ ਹਾਂ ਵੀ ਇਹਨਾਂ ਦੇ ਨਾਂ ਕਿਉਂ ਬੋਲਿਆ ਜਾਂਦਾ ਹੈ, ਜਿਹੜੇ ਇਹ ਦਰਵੇਸ਼ ਨੇ ਇਹ ਸਾਡੇ ਸ਼ਾਸਤਰਾਂ ਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਇਹ ਨਿਭਾਉਂਦੇ ਹੈ। ਇੱਕ ਤਾਂ ਕਹਿੰਦੇ ਵੀ ਇਹਨਾਂ ਤੋਂ ਉੱਪਰ ਕੋਈ ਵਫਾਦਾਰ ਨਹੀਂ ਹੈਗਾ, ਤੇ ਦੂਜਾ ਜੀ ਜੋ ਇਹ ਅਖਾੜਾ ਹੈਗਾ ਜੂਨਾ ਅਖਾੜਾ, ਇਹਨਾਂ ਦੇ ਜੋ ਮਾਲਕ ਨੇ, ਜੂਨਾ ਅਖਾੜਾ ਹੋ ਗਿਆ ਨਾ ਬਾਬਾ ਜੀ, ਜਿਹੜਾ ਜੂਨੇ ਅਖਾੜੇ ਦੇ ਵਿੱਚ ਜੋ ਇਹਨਾਂ ਦੇ ਇਸ਼ਟ ਦੇਵ ਨੇ ਉਹ ਦੱਤਾਤਰੇ ਜੀ ਨੇ, ਗੁਰੂਦੇਵ ਦੱਤਾਤਰਾ ਜੀ। ਉਹ ਉਹਨਾਂ ਦੀ ਵੀ ਤਕਰੀਬਨ ਜਦੋਂ ਅਸੀਂ ਫੋਟੋਆਂ ਇਤਿਆਦੀ ਇਤਿਹਾਸ 'ਚ ਦੇਖੀਆਂ, ਉਹਨਾਂ ਕੋਲ ਵੀ ਕਾਫੀ ਦਰਵੇਸ਼ ਹੈ ਜਿਹੜੇ ਖੜੇ ਹੋਏ ਨੇ। ਇੱਥੇ ਇਹਨਾਂ ਨੂੰ ਕੁੱਤਾ ਕੋਈ ਨਹੀਂ ਕਹਿੰਦਾ ਜੀ, ਦਰਵੇਸ਼ ਸਾਰੇ ਕਹਿੰਦੇ ਨੇ। ਤੇ ਇਹਦਾ ਕਾਰਨ ਇਹੀ ਸੀ ਕਿ ਭਵਿੱਖ ਦੇ ਵਿੱਚ ਅਗਰ ਕਿਸੇ ਬੰਦੇ ਦੇ ਨਾਂ ਸੰਪत्ति ਰਹੀ, ਕੋਈ ਨਹੀਂ ਪਤਾ ਲੱਗਦਾ ਆਉਣ ਵਾਲੇ ਟਾਈਮ 'ਚ ਵਿੱਚ ਕਿਸੇ ਵੀ ਚੰਗਾ ਮਹਾਤਮਾ ਹੋਵੇ, ਸਮੇਂ ਦੇ ਰੁੱਖ ਨਾਲ ਉਹ ਬਦਲ ਸਕਦਾ ਹੈ, ਕੋਈ ਨੂੰ ਐਬ ਲੱਗ ਸਕਦਾ ਹੈ। ਐਬ ਦੇ ਨਿਯਮ ਤੋਂ ਜਿਹੜੀ ਹੈਗੀ ਹੈ ਫੀਮ, ਭੁੱਕੀ ਇਤਿਆਦਿ ਜਾਂ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਨਸ਼ੇ ਦੇ ਕਾਰਨ ਉਹ ਜ਼ਮੀਨ ਜਾਇਦਾਦ ਸੰਪत्ति ਵੇਚ ਨਾ ਸਕੇ। ਇਸ ਕਰਕੇ ਇਹਨਾਂ ਨੇ ਦਰਵੇਸ਼ਾਂ ਦੇ ਨਾਂ ਹੀ ਇਹ ਕਰਨਾ ਚਾਹਿਆ। ਕੋਈ ਇਹੋ ਜਿਹਾ ਰਿਕਾਰਡ ਹੈਗਾ? ਹੁਣ ਤੁਸੀਂ ਪਹਿਲਾਂ ਦੀ ਗੱਲ ਸੁਣਾ ਰਹੇ ਹੋ, ਕਾਫੀ ਪੁਰਾਣੀ ਗੱਲ ਸੁਣਾ ਰਹੇ ਹੋ ਵੀ ਉਸ ਸਮੇਂ ਦਰਵੇਸ਼ਾਂ ਦੇ ਨਾਂ ਦੇ ਉੱਤੇ ਜ਼ਮੀਨ ਹੋ ਗਈ। ਹੁਣ ਤੁਹਾਡੇ ਕੋਲ ਕੋਈ ਰਿਕਾਰਡ ਹੈਗਾ ਇਸ ਚੀਜ਼ ਦਾ, ਕਾਗਜ਼ ਕੋਈ ਹੈਗਾ ਜਾਂ ਕੋਈ ਪਟਾ ਹੋਵੇ ਜਾਂ ਸੁਵਿਧਾ ਕੇਂਦਰ ਵਿੱਚ ਹੋਵੇ ਵੀ ਸਾਰੀ ਜਿਹੜੀ 40 ਕਿੱਲੇ ਦੀ ਜ਼ਮੀਨ ਹੈਗੀ ਹੈ ਉਹ ਕੁੱਤਿਆਂ ਦੇ ਨਾਂ ਤੇ ਬੋਲਦੀ ਹੋਵੇ? ਮੈਂ ਦੱਸਦਾ ਜੀ, ਸੰਸਾਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਤਿਹਾਸ ਹੁੰਦਾ ਉਹ ਇਤਿਹਾਸ ਸਵੈਮ ਦੇ ਵਿੱਚ ਇਤਿਹਾਸ ਹੁੰਦਾ, ਠੀਕ ਹੈ ਜੀ। ਤੇ ਜਿਹੜਾ ਸਵੈਮ ਦੇ ਵਿੱਚ ਇਤਿਹਾਸ ਹੁੰਦਾ ਹੈ ਉਹ ਸਵੈਮ ਦੇ ਵਿੱਚ ਹੀ ਪ੍ਰੂਫ ਹੁੰਦਾ ਹੈ। ਜਿੱਥੇ ਪੂਰਾ ਨਗਰ
ਕੁਛ ਨਗਰ ਦੇ ਲੋਕ ਖੜ ਕੇ ਕਹਿ ਰਹੇ ਨੇ ਕਾਗਜ਼ ਦਸਤਾਵੇਜ਼ ਤਾਂ ਵੀਰ ਜੀ ਮੈਂ ਵੀ ਨਹੀਂ ਦੇਖੇ, ਮੈਂ ਤੁਹਾਨੂੰ ਸੱਚਾਈ ਦੱਸਦਾ, ਪਰ ਦੇਖਣ ਵਾਲੇ ਨੇ ਦੇਖੇ ਨੇ ਜਿਹੜੇ ਹੈਗੇ ਨੇ ਉਰੇ ਬੰਦੇ। ਪਰ ਮੈਂ ਤਾਂ ਇਤਿਹਾਸ ਦੀ ਸਰਵਜਨਕ ਗੱਲ ਕਹਿਣਾ ਕਿ ਸਭ ਤੋਂ ਪਹਿਲਾਂ ਇੱਥੇ ਜਿਹੜੀ ਹੈ ਰੋਟੀ ਦੀ ਮਾਨਤਾ ਕੁੱਤਿਆਂ ਦੇ ਨਾਂ, ਦੁਪਹਿਰ ਨੂੰ ਸ਼ਾਮ ਨੂੰ ਉਹਨਾਂ ਨੂੰ ਇੱਕ ਮਾਲਕ, ਕਿਸ ਡੇਰੇ ਦਾ ਮਾਲਕ ਹੀ ਸਮਝ ਕੇ ਉਹਨਾਂ ਨੂੰ ਭੋਜਨ ਕਰਾਇਆ ਜਾਂਦਾ ਹੈ। ਤੇ ਇੱਥੇ ਜਿਹੜੇ ਅਸੀਂ ਲੋਕ ਆ ਇਕੱਠੇ ਹੋਏ ਵੇ, ਅਸੀਂ ਮਤਲਬ ਦਰਵੇਸ਼ਾਂ ਨੂੰ ਆਪਣੀ ਮਾਲਕ ਹੀ ਸਮਝ ਕੇ ਉਹਨਾਂ ਦੀ ਸੇਵਾ ਇਤਿਆਦਿ ਕਰਦੇ ਹਾਂ। ਹੁਣ ਦੂਜੀ ਗੱਲ ਆ ਜਾਂਦੀ ਹੈ ਪ੍ਰੂਫ ਦੀ। ਹੁਣ ਪ੍ਰੂਫ ਦੇ ਵਿੱਚ ਇਤਿਹਾਸ ਦੇ ਵਿੱਚ ਤੁਹਾਡਾ ਨਿਊਜ਼ ਚੈਨਲ ਦੇ ਮਾਧਿਅਮ ਤੇ ਇਹ ਹਰ ਇੱਕ ਪੜ੍ਹੇ ਲਿਖੇ ਬੰਦੇ ਕੋਲ ਇਸ ਦੀ ਸੂਚਨਾ ਪਹੁੰਚੂਗੀ। ਕੋਈ ਵੀ ਇਤਿਹਾਸ ਹੋਵੇ, ਕੋਈ ਵੀ ਮਾਤ ਪਿਤਾ ਆਪਣੇ ਬੱਚਿਆਂ ਨੂੰ ਜਨਮ ਦਿੰਦਾ ਹੈ, ਠੀਕ ਹੈ ਜੀ, ਪਰ ਉਹ ਪੁੱਤਰ ਨੂੰ ਪ੍ਰੂਫ ਦੇਣ ਦੀ ਆਵਸ਼ਕਤਾ ਨਹੀਂ। ਅਗਲਾ ਕਹਿੰਦਾ ਵੀ ਉਹ ਫਲਾਣੇ ਸਿੰਘ ਦਾ ਮੁੰਡਾ ਜੀ, ਇਹ ਫਲਾਣੇ ਪੰਡਤ ਦਾ ਮੁੰਡਾ ਜੀ, ਠੀਕ ਹੈ ਨਾ। ਕੁਝ ਐਸੇ ਸਰਵਜਨਿਕ ਇਤਿਹਾਸ ਨੇ ਜਿਵੇਂ ਸਾਡੇ ਗੁਰਦੁਆਰਾ ਸਾਹਿਬ ਨੇ ਵੱਡੇ ਵੱਡੇ, ਉਹਨਾਂ ਦੀ ਜਿਹੜੀ ਮਤਲਬ ਕਿ ਐਸਾ ਕੋਈ ਪ੍ਰੂਫ ਦੇਣ ਦੀ ਆਵਸ਼ਕਤਾ ਨਹੀਂ ਹੈ ਜਿਹਦੇ ਨਾਲ ਆਪਾਂ ਨੂੰ ਲੱਗੇ ਵੀ ਇਹ ਗੁਰਦੁਆਰਾ। ਅੱਛਾ, ਵੀ ਲੋਕਾਂ ਨੂੰ ਪਤਾ ਹੈ, ਜਿਹੜੇ ਆਸ-ਪਾਸ ਦੇ ਪਿੰਡ ਦੇ ਲੋਕ, ਉਹਨਾਂ ਨੂੰ ਪਤਾ ਹੈ ਵੀ ਜਿਹੜੀ ਸਾਰੀ ਜ਼ਮੀਨ ਜਾਂ ਜਗ੍ਹਾ ਜਿਹੜੀ ਹੈਗੀ ਹੈ ਉਹ ਸਾਰੀ ਹੀ ਕੁੱਤਿਆਂ ਦੇ ਨਾਂ ਤੇ ਹੈਗੀ ਹੈ, ਲੋਕਾਂ ਨੂੰ ਪਤਾ ਹੈ। ਹਾਂ, ਇਹਦੇ ਨਿਯਮਤ ਅਗਰ ਚਲੋ ਇਹ ਤਾਂ ਮੈਂ ਵੈਸੇ ਤੁਹਾਨੂੰ ਗੱਲ ਕਰਤੀ ਹੈ ਨਾ ਸੰਸਾਰਿਕ ਸਰਵਜਨਕ, ਪਰ ਇਹ ਦੂਜੀ ਗੱਲ ਇਹ ਹੈ ਕਿ ਅਗਰ ਤੁਹਾਨੂੰ ਪ੍ਰੂਫ ਚਾਹੀਦਾ ਵੀ ਹੈ ਤੁਸੀਂ ਜਾ ਕੇ ਪਟਵਾਰੀ ਕੋਲੋਂ ਲੈ ਵੀ ਸਕਦੇ ਹੋ, ਪਟਵਾਰਖਾਨੇ ਜਾ ਕੇ ਮੌਜੂਦ ਹੈ ਉਹਨਾਂ ਕੋਲ, ਮੌਜੂਦ ਹੈ ਜੀ। ਸਾਰਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਇਹ ਗੱਲਾਂ ਫਰਜ਼ੀ ਨੇ, ਫਰਜ਼ ਕੁਛ ਹੀ ਨਹੀਂ ਹੈਗਾ। ਇਤਿਹਾਸ ਸ਼ੁਰੂ ਤੋਂ ਚੱਲਦਾ ਆਇਆ, ਇੰਗਲੈਂਡ ਤੱਕ ਤੋਂ ਵੀ ਮਤਲਬ ਆਪਣੇ ਜਿਹੜੇ ਪੰਜਾਬੀ ਭਰਾ ਨੇ ਸਪੈਸ਼ਲ ਕਿਸੇ ਮਾਧਿਅਮ ਦੇ ਇਹ ਨਿਊਜ਼ ਉੱਥੇ ਚਲੀ ਗਈ। ਤੇ ਅਮਰੀਕ ਸਿੰਘ ਸੀਗਾ ਬੰਦਾ, ਬਾਕੀ ਦਾ ਮੈਂ ਜਾਣਦਾ ਨਹੀਂ ਵਿਚਾਰੇ ਨੂੰ, ਜੋ ਵੀ ਸੀਗਾ ਉਹ ਆਇਆ ਆਪਣੀ ਵਾਈਫ ਨੂੰ ਲੈ ਕੇ, ਬੱਚਿਆਂ ਨੂੰ ਲੈ ਕੇ, ਕਹਿੰਦਾ ਜੀ ਪੰਡਿਤ ਜੀ ਅਸੀਂ ਸਪੈਸ਼ਲ ਆਏ ਆ, ਇੱਥੇ 4 ਪਿੰਡ ਖਾਨਪੁਰ ਨੇ, ਖਾਨਪੁਰ ਬਰਿੰਗ, ਖਾਨਪੁਰ ਭੋਗਲਾ ਹੈ ਨਾ, ਹੋਰੇ ਪਾਸੇ ਘੁੰਮੀ ਗਏ ਹਮੇ ਵੀ ਮਤਲਬ ਸ਼ਾਮ ਨੂੰ ਮਤਲਬ ਤਕਰੀਬਨ ਕਹਿੰਦਾ ਸਵੇਰੇ 8 ਵਜੇ ਦੇ ਅਸੀਂ ਲੁਧਿਆਣੇ ਤੋਂ ਚਲੇ ਦੇ ਵੀ 2 ਵੱਜ ਗਏ ਸਾਨੂੰ ਘੁੰਮਦੇ ਘੁੰਮਾਉਂਦੇ ਹੁਣ ਇੱਥੇ ਪਹੁੰਚੇ ਆ। ਉਹ ਦੇਖ ਕੇ ਗਏ, ਇਤਿਹਾਸ ਦੇਖ ਕੇ। ਹੁਣ ਤਾਂ ਚਲੋ ਸਮਾਂ ਐਸਾ ਹੋ ਗਿਆ ਜੀ, ਤੁਹਾਨੂੰ ਇਹ ਡੇਰੇ ਦੇ ਅੰਦਰ ਘਮਾਉਂਦੇ ਪੁਰਾਣੇ ਸਤੀਰੀਆਂ ਪਈਆਂ ਹੋਈਆਂ ਨੇ, ਹੈ ਨਾ, ਪੁਰਾਣਾ ਜਿਹੜਾ ਵੀ ਇਤਿਹਾਸ ਬਣਿਆ ਹੋਇਆ ਹੈ। ਤੇ ਇੱਥੇ ਇੱਕ ਖੂਹ ਹੈ, ਉਹ ਵੀ ਅੱਜ ਤੱਕ ਹਰ ਨੇੜੇ ਤੇੜੇ ਕਿਤੇ ਖੂਹ 'ਚ ਪਾਣੀ ਨਹੀਂ ਤੁਹਾਨੂੰ ਮਿਲੇਗਾ। ਉਹ ਖੂਹ ਦੇ ਵਿੱਚ ਆਨੰਦਮਈ ਔਰ ਮਿੱਠਾ ਪਾਣੀ ਹੈ। ਜਿਹੜੀ ਹੁਣ ਜਗ੍ਹਾ ਹੈਗੀ 40 ਕਿੱਲੇ ਦੀ ਜ਼ਿਕਰ ਕਰ ਰਹੇ ਹੋ, ਹੁਣ ਉਹ ਕੀ ਠੇਕੇ ਤੇ ਹੈ ਕਿ ਡੇਰੇ ਲਈ ਮੌਜੂਦ ਆਪ ਵਾਂਦੇ ਨੇ? ਇਹ ਜਿਹੜੀ ਜ਼ਮੀਨ ਹੈ 3-4 ਕਿੱਲੇ ਮਹਾਪੁਰਸ਼ ਆਪਣੇ ਲਈ ਰੱਖ ਲੈਂਦੇ ਆ, ਵੀ ਜਿਸ ਤਰ੍ਹਾਂ ਗਊਸ਼ਾਲਾ ਇਤਿਆਦਿ ਲਈ ਕਿੱਲਾ 2-1.5 ਕਿੱਲਾ ਜੋ ਵੀ ਹੈ, ਕੱਖ ਕੰਡਾ ਹੋ ਜਾਂਦਾ, ਥੋੜ੍ਹੀ ਬਹੁਤੀ ਕਣਕ ਹੈ ਜੀਰੀ ਜੋ ਵੀ ਸਮੇਂ ਦੇ ਅਨੁਸਾਰ ਹੁੰਦੀ ਹੈ, ਬਾਕੀ ਇਹ ਸਾਰੀ ਠੇਕੇ ਤੇ ਦਿੰਦੇ। ਤੁਸੀਂ ਕੁਝ ਕਹਿਣਾ ਚਾਹੁੰਦੇ? ਤੁਸੀਂ ਕੀ ਗੱਲ ਕਰ ਰਹੇ ਸੀ ਜਿਵੇਂ ਮੈਂ ਸਵਾਲ ਕਰ ਰਿਹਾ ਸੀ ਇਹਨਾਂ ਨੂੰ, ਤੁਸੀਂ ਕੁਝ ਕਹਿਣਾ? ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ, ਮੈਂ ਤਾਂ ਇਹੋ ਕਹਾਂ, ਐਡਾ ਮੈਂ ਪੜ੍ਹਿਆ ਵਾ ਨਹੀਂ ਲਿਖਿਆ ਵਾ ਨਹੀਂ ਬਈ, ਉਹ ਡੇਰਾ ਪੁਰਾਣਾ ਜੀ 800 ਸਾਲ ਪੁਰਾਣਾ ਡੇਰਾ, ਵੀ ਸਮਾਂ ਸਾਧੂ ਆਵਾਂ ਗੱਦੀ ਪਰ ਬੈਠਾ, ਉਹ ਪਰਪਰ ਜੋ ਚੱਲ ਰਹੀ ਹੈ ਉसी के हिसाब गल ਚੱਲ ਰਹੀ ਹੈ। ਬਾਕੀ ਹੈ ਸਭ ਕੁਝ ਕੁੱਤੇ ਕੇ ਨੂੰ। ਪਿੰਡ ਪਹਿਲਾਂ ਅੰਨ ਪਾਣੀ ਕੁੱਤਿਆਂ ਨੂੰ ਮਿਲੇਗਾ, ਹਾਕ ਪਵੇਗੀ 2 ਟਾਈਮ ਸਾਂਝ ਸਵੇਰ, ਫਿਰ ਭੋਜਨ ਬੰਦੇ ਛਕੇਂਗੇ, ਭੋਜਨ ਬੰਦੇ ਛਕੇਂਗੇ। ਤੇ ਸਾਰੀ ਗੱਲ ਬਹੁਤ ਸੁਣੀ ਹੈ, ਜਿਵੇਂ ਤੁਸੀਂ ਦੇਖਦੇ ਹੋ ਸਕਰੀਨ ਦੇ ਉੱਤੇ, ਇੱਥੇ ਪਿੰਡ ਵਾਲਿਆਂ ਦੇ ਕਹਿਣ ਦੇ ਅਨੁਸਾਰ ਕਿ ਜੋ ਬਾਬਾ ਜੀ ਸਨ ਡੇਰੇ ਦੇ, ਉਹ ਖੁਦ ਇੱਥੇ ਸਮਾਧ ਵਿੱਚ ਵਿਲੀਨ ਹੋ ਗਏ ਸਨ ਜਿੰਦੇ ਹੀ। ਤਾਂ ਅਲੱਗ-ਅਲੱਗ ਇਤਿਹਾਸ ਹੈ ਪੰਜਾਬ ਦੇ ਵਿੱਚ, ਹੋਰ ਵੀ ਬੜੇ ਇਤਿਹਾਸ ਹੈਗੇ ਨੇ ਪੰਜਾਬ ਦੇ ਵਿੱਚ, ਅਲੱਗ-ਅਲੱਗ ਇਤਿਹਾਸ ਹੈ। ਹੋਰ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਬਾਕੀ ਵੀ ਇਤਿਹਾਸਾਂ ਤੋਂ ਰੂਬਰੂ ਕਰਾਇਆ ਜਾਵੇ। ਕਾਫੀ ਲੰਮਾ ਪੁਰਾਣਾ ਡੇਰਾ ਹੈਗਾ, ਕਾਫੀ ਪਿੱਛੇ ਵੀ ਬਣਿਆ ਹੋਇਆ ਹੈ। ਤੁਸੀਂ ਜਿਵੇਂ ਸਕਰੀਨ ਉੱਤੇ ਦੇਖਦੇ ਹੋ, ਕੋਈ 800 ਸਾਲ ਪੁਰਾਣਾ ਕਹਿੰਦਾ, ਕੋਈ 600 ਸਾਲ ਪੁਰਾਣਾ ਕਹਿੰਦਾ ਇਸ ਮੰਦਿਰ ਨੂੰ, ਕੋਈ ਕਿਸ ਤਰੀਕੇ ਨਾਲ। ਤਾਂ ਅਲੱਗ-ਅਲੱਗ ਇਤਿਹਾਸ ਹੈਗਾ। ਜਿਵੇਂ ਜ਼ਿਕਰ ਕਰ ਰਹੇ ਸਨ ਕਿ ਲਗਭਗ 40 ਕਿੱਲੇ ਜੋ ਜ਼ਮੀਨ ਹੈ ਉਹ ਕੁੱਤਿਆਂ ਦੇ ਨਾਂ ਦੇ ਉੱਤੇ ਬੋਲਦੀ ਹੈ, ਜਿਵੇਂ ਖੁਦ ਕਹਿ ਰਹੇ ਸਨ। ਪੁਰਾਣਾ ਇਤਿਹਾਸ ਚੱਲਦਾ ਆ ਰਿਹਾ ਹੈ ਤੇ ਕਾਗਜ਼ਾਂ ਦੀ ਵੀ ਗੱਲ ਕੀਤੀ, ਕਹਿੰਦੇ ਕਾਗਜ਼ ਵੀ ਕਿਤੇ ਨਾ ਕਿਤੇ ਪਟਵਾਰੀ ਕੋਲ ਹੋਣਗੇ। ਤਾਂ ਹਰ ਇੱਕ ਚੀਜ਼ ਦੀ ਆਪਦੀ ਮਾਨਤਾ ਹੁੰਦੀ ਹੈ। ਜਿਹੜੇ 10 ਤੋਂ 12 ਪਿੰਡ ਹੈਗੇ ਨੇ, ਉਹ ਕੋਈ ਵੀ ਖੁਸ਼ੀ ਹੋਵੇ ਗਮੀ ਹੋਵੇ, ਪਹਿਲਾਂ ਇੱਥੇ ਕੁੱਤਿਆਂ ਨੂੰ ਭੋਜਨ ਲਿਆ ਕੇ ਖਿਲਾਇਆ ਜਾਂਦਾ। ਪਹਿਲਾਂ ਇੱਥੇ ਉਹਨਾਂ ਵਾਸਤੇ ਅਲੱਗ ਭੋਜਨ ਕੱਢਿਆ ਜਾਂਦਾ, ਉਸ ਤੋਂ ਬਾਅਦ ਹੀ ਕੋਈ ਖੁਸ਼ੀ ਵਿੱਚ ਜਾ ਕੇ ਬੰਦਾ ਸ਼ਾਮਲ ਹੁੰਦਾ। ਤਾਂ ਆਪਦਾ ਅਲੱਗ-ਅਲੱਗ ਇਤਿਹਾਸ ਹੈ। ਸਾਰੀ ਗੱਲਬਾਤ ਤੁਸੀਂ ਸੁਣ ਲਈ ਹੋਣੀ ਹੈ। ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜਿਆਂ ਤੱਕ ਵੀ ਜਾਣਕਾਰੀ ਪਹੁੰਚ ਸਕੇ।